यीशु तेरी हमद सुनावा, तेरी हमद सुनावा। यीशु मेरा मुक्तिदाता है, हो के ना जावा, यीशु मेरा मुक्तिदाता है, हो के ना जावा, हो के ना जावा। तेरा पिताजी तेरा धन्यवाद करते हैं, हमेशा तेरे नाम जपे हम। तेरे नाम में शिफा है, मुक्ति दे, छुटकारा है तेरे नामों में। तेरे नाम में कितनी आशीष है। जबूर लिखने वाले ने कहा, हे परमेश्वर तेरा नाम कितना मधुर है, तेरा नाम कितना अद्भुत है। तेरा अद्भुत नाम का चर्चा करते हैं हम, तेरे अद्भुत नाम का सामर्थ्य का अनुभव करते हैं। धन्यवाद। अभी आपका दास ने तेरे वचन को सुनाना, तेरे मुंह से तेरे वचन को हम सुने। भारी अभिषेक दो, हम अपने दिलों को, कानों को खोल करके ये शुक्र नाम। एक ਵੈਬਸਾਈਟ ਤੇ ਹੈ, ਉਹਦਾ ਨਾਮ ਹੈ ਆਈਕੀਆ ਫਰਨੀਚਰ। ਉਹ ਫਰਨੀਚਰ ਦਾ ਸਮਾਨ ਦਿੰਦੇ ਹੈ। ਸਮਾਨ ਕਿਸ ਤਰ੍ਹਾਂ ਦਿੰਦੇ ਹੈ ਪਤਾ ਹੈ? ਤੁਹਾਡੇ ਘਰ 'ਚ ਸਮਾਨ ਨਹੀਂ ਪੂਰਾ ਆਏਗਾ। ਜਿਸ ਤਰ੍ਹਾਂ ਕੋਈ ਟੇਬਲ ਹੈ, ਟੇਬਲ ਸਬੂਤਾ ਨਹੀਂ ਆਉਂਦਾ, ਉਹ ਪੁਰਜੇ ਦਿੰਦੇ ਹੈ। ਪੂਰਾ ਪੁਰਜੇ ਦੇਣਗੇ, ਔਰ ਇੱਕ ਚਾਰਟ ਦੇਣਗੇ, ਇੱਕ ਮੈਪ ਦੇਣਗੇ। ਉਸ ਵਿੱਚ ਕਹਿਣਗੇ ਇਹ ਪੁਰਜਾ ਇਹਦੇ ਨਾਲ ਜੋੜੋ, ਇਹ ਪੁਰਜਾ ਇਹਦੇ ਨਾਲ ਜੋੜੋ, ਇਹ ਪੁਰਜਾ ਇਹਦੇ ਨਾਲ ਜੋੜੋ, ਬਣ ਗਿਆ ਟੇਬਲ। अलमारी बनानी है खुद बना लो, और कुछ भी चीज़ बनानी है तुसी खुद बना लो। डू इट योर सेल्फ। तुसी खुद अपने आप सारे काम कर सकते जी, तुसी सब अपने आप काम कर सकते हो। कई ऐसे जिंदगी के कई तजर्बे है, कई ऐसे चीज़ां ने जिहड़ा सानू समझ नहीं आता नहीं है, लेकिन सानू सलाह दी की है जरूरत है। कई बारी सलाह चंगी भी हो सकती है, कई उलट भी सलाह बोलो हो सकती, उलट भी सलाह हो सकती है। कई बार ਅਸੀਂ ਸੋਚਦੇ ਹਾਂ ਕਿ ਇਹ ਸਲਾਹ ਚੰਗੀ ਹੋਵੇਗੀ, ਲੇਕਿਨ ਉਹਦਾ ਨਤੀਜਾ ਗਲਤ ਹੋ ਜਾਂਦਾ ਹੈ। ਫੋਰ ਐਗਜ਼ਾਮਪਲ, ਮੈਂ ਨਵੇਂ ਸਾਲ ਦੇ ਵਿੱਚ ਤੁਹਾਨੂੰ ਦੱਸਿਆ ਸੀ, ਕਈ ਵਾਰੀ ਇੱਕ ਬੰਦਾ ਜਿਹੜਾ ਦੁਖੀ ਹੋਵੇ ਜਾਂ ਜਿਹੜਾ ਪਰਮੇਸ਼ਰ ਦੇ ਵਿੱਚ ਨਹੀਂ ਚੱਲਦਾ, ਔਰ ਉਹ ਕਈ ਵਾਰੀ ਸ਼ਰਾਬ ਦੇ ਠੇਕੇ ਤੇ ਜਾਏਗਾ, ਉਹ ਸ਼ਰਾਬ ਪੀਏਗਾ, ਉਹਦੇ ਮਨ ਦੇ ਅੰਦਰ ਆਏਗਾ ਮੈਂ ਸ਼ਰਾਬ ਪੀਂਗਾ ਮੇਰਾ ਗਮ ਕੀ ਹੋ ਜਾਏਗਾ, ਦੂਰ ਹੋ ਜਾਏਗਾ। ਕਈ ਵਾਰੀ ਸ਼ਰਾਬ ਦੇ ਠੇਕੇ 'ਚ ਬਾਰ ਦੇ ਵਿੱਚ ਇਸੇ ਲਈ ਜਾਂਦਾ ਹੈ ਕਿ ਉਹ ਜਦੋਂ ਪੀਣ ਲੱਗ ਪੈਂਦਾ ਹੈ, ਉਹ ਆਪਣੇ ਨਾਲਦਿਆਂ ਨੂੰ ਆਪਣੇ ਦੁੱਖ ਦੱਸਣੇ ਸ਼ੁਰੂ ਹੋ ਜਾਂਦਾ ਹੈ, ਇਹ ਸੋਚ ਕੇ ਕਿ ਜਿਹੜਾ ਮੇਰਾ ਨਾਲ ਦਾ ਉਹ ਮੇਰੇ ਗਮ ਦਾ ਹੱਲ ਕੀ ਕਰੇਗਾ, ਦੱਸੇਗਾ। ਬਾਅਦ ਦੇ ਵਿੱਚ ਉਹਨੂੰ ਪਤਾ ਲੱਗਦਾ ਜਦ ਉਹ ਵੀ ਆਪਣੀ ਗੱਲਾਂ ਖੋਲ੍ਹਣਾ ਸ਼ੁਰੂ, ਉਹ ਵੀ ਆਪਣੇ ਗਮ ਖੋਲ੍ਹਣਾ ਸ਼ੁਰੂ ਕਰ ਦਿੰਦਾ। ਫਿਰ ਉਹਨੂੰ ਪਤਾ ਲੱਗਦਾ ਕਿ ਉਹ ਮੇਰੀ ਕਹਾਣੀ ਨਾਲੋਂ ਵੀ ਉਹਦੀ ਕਹਾਣੀ ਉਹਦੇ ਨਾਲ ਵੀ ਬੱਤਰ ਹੈ। ਸੋ ਸਲਾਹ ਐਸੇ ਗੱਲ ਦੇ ਵਿੱਚ ਵੀ, ਐਸੇ ਜਗ੍ਹਾ ਦੇ ਵਿੱਚ ਵੀ ਸਲਾਹ ਕਦੀ ਵੀ ਸਹੀ ਹੋ ਸਕਦੀ ਨਹੀਂ ਹੈ। ਮੈਂ ਐਸੇ ਵੀ ਲੋਕ ਵੇਖੇ ਨੇ ਜਿਨ੍ਹਾਂ ਨੇ ਆਪਣਾ ਕਰੀਅਰ, ਬਿਜ਼ਨਸ ਔਰ ਬਹੁਤ ਵਧੀਆ ਬਣਾਇਆ, ਬਹੁਤ ਉਚਾਈ ਦੇ ਵਿੱਚ ਲੈ ਕੇ ਗਏ, ਲੇਕਿਨ ਉਹਨਾਂ ਦਾ ਆਪਣੇ ਨਿੱਜੀ ਜੀਵਨ, ਪ੍ਰਾਈਵੇਟ ਲਾਈਫ ਜਿਹੜੀ ਸੀ ਉਹ ਠੀਕ ਨਹੀਂ ਸੀ। ਦੁਨਿਆਵੀ ਤਰੀਕੇ ਦੇ ਨਾਲ ਬੜੀ ਸ਼ਾਨ ਹੈ, ਲੇਕਿਨ ਉਹਨਾਂ ਦਾ ਨਿੱਜੀ ਜੀਵਨ ਗੁਪਤ ਜੀਵਨ ਸੀ, ਉਹ ਨਿੱਜੀ ਜੀਵਨ ਸਹੀ ਨਹੀਂ ਸੀ। ਐਸੇ ਹਾਲਾਤਾਂ ਦੇ ਵਿੱਚ परमेश्वर का वचन कि आउट ऑफ डेट हो गया है, कि परमेश्वर का वचन पुराना हो गया है, कि खुदा की सलाह पुरानी हो गई है, या खुदा नू परमेश्वर के वचन नू या परमेश्वर दी गल्लां नू जो असीं पढ़दे हां साडे अज दे मौजूदा हालात दे किसी भी प्रकार के समस्या का कोई हल नहीं दस सकदा। परमेश्वर का वचन इस तरह नहीं सिखांदा। सानू परमेश्वर की सलाह की क्यों लोड़ है? लिसन, सानू खुदा की सलाह की क्यों लोड़ है? जिन्ना मर्जी बंदा एडवांस होवे,
ਜਿੰਨਾ ਮਰਜ਼ੀ ਬੰਦਾ ਤੇਜ਼ ਦਿਮਾਗ ਦਾ ਹੋਵੇ, ਜਿੰਨਾ ਮਰਜ਼ੀ ਬੰਦਾ ਸੋਚੇ ਕਿ ਮੈਂ ਬੜਾ ਚੁਸਤ ਹਾਂ, ਤੇ ਵੀ ਉਸ ਨੂੰ ਪਰਮੇਸ਼ਵਰ ਦੀ ਸਲਾਹ ਦੀ ਲੋੜ ਹੈ। ਉਸ ਨੂੰ ਖੁਦਾ ਦੀ ਸਲਾਹ ਦੀ ਲੋੜ ਹੈ। ਕਿਉਂ ਸਲਾਹ ਦੀ ਲੋੜ ਹੈ? ਪੜੋ ਯਰਮੀਆ 10 ਬਾਬ ਔਰ ਉਸ ਦੀ 23 ਆਇਤ ਨੂੰ ਪੜਾਂਗੇ। ਦ ਬੁੱਕ ਆਫ ਜਰਮਾਇਆ ਚੈਪਟਰ 10 ਵਰਸ 23। ਯਰਮਾਇਆ ਨਬੀ ਦੀ ਕਿਤਾਬ 10 ਬਾਬ ਔਰ ਉਸ ਦੀ 23 ਆਇਤ ਨੂੰ ਪੜੋ। ਹੈ ਯਹੋਵਾ, ਮੈਂ ਜਾਣਦਾ ਹਾਂ ਕਿ ਆਦਮੀ ਦਾ ਰਾਹ ਉਸ ਦੇ ਵਸ ਵਿੱਚ ਨਹੀਂ ਹੈ। ਹਾਂ। ਇਹ ਮਨੁੱਖ ਦੇ ਵਸ ਵਿੱਚ ਨਹੀਂ ਕਿ ਉਹ ਤੁਰਨ ਦੇ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਬਸ ਹੌਲੀ ਹੌਲੀ ਪੜਨਾ ਔਰ ਸਾਫ਼ ਆਵਾਜ਼ ਨਾਲ ਪੜੋ। ਦੁਬਾਰਾ ਪੜਨਾ। ਹਾਂਜੀ। ਹੈ ਯਹੋਵਾ, ਹਾਂ। ਮੈਂ ਜਾਣਦਾ ਹਾਂ। ਕਹਿੰਦਾ ਹੈ ਯਹੋਵਾ, ਹਿੰਦੀ से लिखा है यहोवा मैं जान गया हूँ, मैं जानता हाँ ਕਿ ਆਦਮੀ ਦਾ ਰਾਹ ਉਸ ਦੇ ਵਸ ਵਿੱਚ ਨਹੀਂ ਹੈ। ਕਿ ਆਦਮੀ ਦਾ ਰਸਤਾ ਉਸ ਦੇ ਵਸ਼ ਦੇ ਵਿੱਚ ਨਹੀਂ ਹੈ। ਕਿ ਆਦਮੀ ਦਾ ਰਸਤਾ ਉਹਦੇ ਵਸ਼ ਦੇ ਵਿੱਚ ਨਹੀਂ ਹੈ। ਅੱਗੇ ਇਹ ਮਨੁੱਖ ਦੇ ਵਸ ਵਿੱਚ ਨਹੀਂ ਹਾਂ। ਕਿ ਉਹ ਤੁਰਨ ਦੇ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ। ਬਸ ਇਹ ਮਨੁੱਖ ਦੇ ਵਸ ਵਿੱਚ ਨਹੀਂ, ਮਨੁੱਖ ਦੇ ਵਸ਼ ਦੇ ਵਿੱਚ ਨਹੀਂ ਹੈ ਕਿ ਉਹ ਤੁਰਨ ਦੇ ਲਈ ਆਪਣੇ ਕਦਮਾਂ ਨੂੰ ਕੀ ਕਰੇ? ਕਾਇਮ ਕਰੇ। ਕਾਇਮ ਕਰੇ। ਇਸ ਲਈ ਇਨਸਾਨ ਨੂੰ ਪਰਮੇਸ਼ਰ ਦੀ ਸਲਾਹ ਦੀ ਲੋੜ ਹੈ, ਕਿਉਂਕਿ ਇਨਸਾਨ ਨੂੰ ਆਪਣੇ ਕਦਮਾਂ ਦੇ ਉੱਤੇ ਵਸ਼ ਨਹੀਂ ਕਰ ਸਕਦਾ। ਵਸ਼ ਬੋਲੋ ਨਹੀਂ। ਇਨਸਾਨ ਆਪਣੀ ਉਮਰ ਦੇ ਉੱਤੇ ਵਸ਼ ਨਹੀਂ ਕਰ ਸਕਦਾ। ਇਨਸਾਨ ਆਪਣੀ ਇਸ ਸਕਿਨ ਦੇ ਉੱਤੇ ਵਸ਼ ਨਹੀਂ ਕਰ ਸਕਦਾ। ਨਹੀਂ ਕਰ ਸਕਦਾ। ਇਨਸਾਨ ਆਪਣੀ ਸੋਚ ਦੇ ਉੱਤੇ ਵਸ਼ ਨਹੀਂ ਕਰ ਸਕਦਾ। ਅੱਜ ਦਾ ਸਮਾਂ ਵੀ ਐਸਾ ਹੈ ਜਿਸ ਨੂੰ ਅੱਜ ਦੇ ਮਾਡਰਨ ਜ਼ਮਾਨੇ ਦਾ ਨਹੀਂ ਪਤਾ, ਉਸ ਨੂੰ ਬੁੱਢਾ ਕਹਿ ਦਿੰਦੇ, ਭਾਵੇਂ ਛੋਟੀ ਉਮਰ ਦਾ ਕਿਉਂ ਨਾ ਹੋਵੇ। ਜੇ ਅਪ ਟੂ ਡੇਟ ਨਾ ਹੋਵੇ, ਇਸ ਨੂੰ ਕਹਿੰਦੇ ਕਿ ਇਹ ਬੁੱਢਾ ਹੋ ਗਿਆ। ਇਸ ਨੂੰ ਨਹੀਂ ਪਤਾ ਇਹ ਸਾਡੇ ਜ਼ਮਾਨੇ ਦਾ ਨਹੀਂ ਹੈ। ਲੇਕਿਨ ਭਾਵੇਂ ਜ਼ਮਾਨਾ ਜਿਸ ਤਰ੍ਹਾਂ ਮਰਜ਼ੀ ਬਦਲਦੇ ਰਹਿਣ ਤੇ ਵੀ ਮੈਂ ਤੁਹਾਨੂੰ ਇੱਕ ਗੱਲ ਕਹਾਂ, ਹਰ ਪੀੜ੍ਹੀ ਦੇ ਵਿੱਚ ਮਨੁੱਖ ਦਾ ਰਾਹ ਉਸ ਦੀ ਵਸ਼ ਦੇ ਵਿੱਚ ਨਹੀਂ ਹੈ। 17 ਦੀ 3 ਆਇਤ ਨੂੰ ਵੀ ਪੜੋ। 17 ਦੀ 9 यिर्मयाह 17 की 9। मन तो सब वस्तुओं से अधिक धोखा देने वाला होता है। हाँ। उसमें असाध्य रोग लगा है। हाँ। उसका भेद कौन समझ सकता है? बस पंजाबी च भी पढ़ो। दिल सब चीज़ां नालों धोखेबाज है। दिल सारे चीज़ां नालों की है? धोखेबाज है। धोखेबाज है। ਉਹ ਪੁੱਜ ਕੇ ਖਰਾਬ ਹੈ। ਉਹ ਪੁੱਜ ਕੇ ਖਰਾਬ ਹੈ। ਉਹਨੂੰ ਕੌਣ ਜਾਣ ਸਕਦਾ ਹੈ? ਬਸ ਹਿੰਦੀ ਪੰਜਾਬੀ ਦੇ ਵਿੱਚ ਅਸੀਂ ਜਦੋਂ ਸਾਹਿਤ ਨੂੰ ਪੜਾਂਗੇ, ਸਾਰੇ ਸਾਹਿਤ ਨੂੰ ਪਿੱਛੇ ਪਿੱਛੇ ਬੋਲਣਾ। ਪੜੋ ਪੜੋ। ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ। ਉਹ ਪੁੱਜ ਕੇ ਖਰਾਬ ਹੈ। ਉਹ ਪੁੱਜ ਕੇ ਖਰਾਬ ਹੈ। ਉਹਨੂੰ ਕੌਣ ਜਾਣ ਸਕਦਾ ਹੈ? ਉਹਨੂੰ ਕੌਣ ਜਾਣ ਸਕਦਾ ਹੈ? 10ਵੀਂ ਆਇਤ ਨੂੰ ਵੀ ਪੜੋ। ਮੈਂ ਯਹੋਵਾ ਦਿਲ ਨੂੰ ਜਿਉਂਦਾ ਹਾਂ। ਦਿਲ ਨੂੰ ਜਿਉਂਦਾ ਹਾਂ ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ। ਅਤੇ ਗੁਰਦਿਆਂ ਨੂੰ ਪਰਤਾਉਂਦਾ ਹਾਂ। ਭਈ ਹਰ ਮਨੁੱਖ ਨੂੰ ਉਹਦੇ ਚਾਲ ਚੱਲਣ ਅਨੁਸਾਰ, ਉਹਦੇ ਚਾਲ ਚੱਲਣ ਅਨੁਸਾਰ ਅਤੇ ਉਹਦੇ ਕੰਮਾਂ ਦੇ ਫਲਾਂ ਦੇ ਅਨੁਸਾਰ, ਅਤੇ ਉਹਦੇ ਕੰਮਾਂ ਦੇ ਫਲਾਂ ਦੇ ਅਨੁਸਾਰ ਬਦਲਾ ਦੇਵਾਂ। ਹਾਲੇਲੂਇਆ ਹਾਲੇਲੂਇਆ। ਅਸੀਂ ਵਚਨ ਚ ਦੇਖ ਰਹੇ ਹਾਂ, ਦਿਲ ਪੁੱਜ ਕੇ ਕੀ ਹੈ? ਖਰਾਬ ਹੈ। ਔਰ ਮਨੁੱਖ ਦਾ ਆਪਣੇ ਚਾਲ ਚੱਲਣ ਤੇ ਕੋਈ ਵਸ਼ ਨਹੀਂ ਹੈ। एग्जाम्पल जो कोई कहेगे भी कि मैं दलेर हाँ तो भी मौका आने विच दलेर नहीं हो सकता। इसलिए परमेश्वर का वचन की सिखाता पता है, जो कहते ने कि मैं बड़ा स्थिर हाँ या पक्का हाँ, वो ज़्यादा चौकसी दे नाल चलन। जो कहते ने कि मैं बड़ा की हाँ पक्का हाँ, वो किस तरह चलन? ज़्यादा चौकसी दे नाल चलन। हुण मैं तुहानूं एग्जाम्पल देना। पवित्र वचन दे विच पतरस कौन सी? पतरस इस प्रकार नाल बयान करदा सी और ऐलान भी करदा सी कि यीशु सारे छड़ देन ते छड़ देन, मैं तेनू नहीं छड्डांगा, मैं तेरे लिए जान भी देवांगा। इतना दलेरी वो दिखा रहा सी। लेकिन मौका जो आया, सब तो पहला ਉਹੀ ਭੱਜਿਆ। ਇਹਦਾ ਮਤਲਬ ਕਿਸੇ ਮਨੁੱਖ ਦਾ ਚਾਲ ਚਲਨ ਉਹਦੇ ਵਸ਼ ਦੇ ਵਿੱਚ ਨਹੀਂ ਹੈ। ਮਨੁੱਖ ਦਾ ਚਾਲ ਚਲਨ ਉਹਦੇ ਵਸ਼ ਦੇ ਵਿੱਚ ਨਹੀਂ ਹੈ। ਉਹ ਜੇ ਉਹ ਸੋਚਦਾ ਹੈ ਮੈਂ ਇਸ ਤਰ੍ਹਾਂ ਕਰਾਂਗਾ, ਐਸਾ ਹੁੰਦਾ ਨਹੀਂ ਹੈ। ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਕਈ ਵਾਰੀ ਐਸਾ ਹੋਇਆ ਹੋਵੇਗਾ। ਕਹਾਵਤਾਂ ਦੇ ਵਿੱਚ ਲਿਖਿਆ, ਮਨੁੱਖ ਯੁਕਤੀ ਤਾਂ ਬਹੁਤ ਕਰਦਾ ਹੈ, ਸੋਚਦਾ ਹੈ, ਤਿਆਰੀ ਵੀ ਕਰਦਾ ਹੈ। ਕੀ ਵਚਨ ਦੇ ਵਿੱਚ ਇਸ ਤਰ੍ਹਾਂ ਨਹੀਂ ਲਿਖਿਆ ਕਿ ਯੁੱਧ ਦੇ ਲਈ ਤਾਂ ਘੋੜਾ ਤਿਆਰ ਕਰੀ? ਘੋੜੇ ਕੀ ਨੇ? ਤਿਆਰ। ਪਰ ਜਿੱਤ ਕਿਹਦੇ ਵੱਲੋਂ ਮਿਲਦੀ ਹੈ? ਪਰਮੇਸ਼ਰ ਵੱਲੋਂ ਹੀ ਮਿਲਦੀ ਹੈ। ਯੋਜਨਾਵਾਂ ਇਨਸਾਨ ਬਹੁਤ ਕੁਝ ਬਣਾਉਂਦਾ ਹੈ, ਲੇਕਿਨ ਇਨਸਾਨ ਦੇ ਵਸ਼ ਦੇ ਵਿੱਚ ਸਾਰੀਆਂ ਚੀਜ਼ਾਂ ਨਹੀਂ ਹੈ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਲੇਕਿਨ ਇਹ ਸਾਰੀਆਂ ਕੰਮਾਂ ਦੇ ਦੌਰਾਨ ਜਦੋਂ ਸਾਨੂੰ ਪਤਾ ਹੈ ਕਿ ਮੇਰੇ ਦਿਲ ਇੱਕ ਪੁੱਜ ਕੇ ਖਰਾਬ ਹੈ, ਮੇਰੇ ਦਿਲ ਦੇ ਅੰਦਰ ਇੱਕ ਅਸਾਧੇ ਰੋਗ ਲੱਗਾ ਹੈ, ਕੋਈ ਵੀ ਐਸਾ ਸੋਚੇ ਕਿ ਮੈਨੂੰ ਕਿਸੇ ਦੀ ਲੋੜ ਨਹੀਂ, ਉਹ ਸਭ ਤੋਂ ਵੱਡਾ ਧੋਖਾ ਹੈ। ਸਭ ਤੋਂ ਵੱਡਾ
ਧੋਖਾ ਹੈ। ਸਭ ਤੋਂ ਵੱਡਾ ਧੋਖਾ ਹੈ। ਹਰੇਕ ਵਿਅਕਤੀ ਨੂੰ ਇੱਕ ਮੁਕਤੀਦਾਤਾ ਪਰਮੇਸ਼ਵਰ ਦੀ ਲੋੜ ਹੈ। ਹਾਲੇਲੂਇਆ ਹਾਲੇਲੂਇਆ। ਪਰਮੇਸ਼ਵਰ ਦਾ ਵਚਨ ਸਾਨੂੰ ਕਿਸ ਪ੍ਰਕਾਰ ਨਾਲ ਸਿਖਾਉਂਦਾ ਹੈ? ਦੇਖੋ, ਸ਼ੈਤਾਨ ਜਿਹੜਾ ਹੈ ਉਹ ਅਵਿਸ਼ਵਾਸੀ ਜਿਹੜੇ ਪ੍ਰਭੂ ਦੇ ਵਿੱਚ ਨਹੀਂ ਚੱਲਦੇ, ਉਹਨਾਂ ਦੇ ਅੱਖਾਂ ਦੇ ਅੱਗੇ ਪਰਦਾ ਪਾਉਂਦਾ ਹੈ। ਲੇਕਿਨ ਜਿਹੜੇ ਵਿਸ਼ਵਾਸੀ ਨੇ ਉਹਨਾਂ ਨੂੰ ਧੋਖੇ ਦੇ ਵਿੱਚ ਵੀ ਪਾ ਸਕਦਾ ਹੈ। ਇਸ ਲਈ ਸਾਨੂੰ ਪਰਮੇਸ਼ਰ ਦੇ ਵਚਨਾਂ ਦੀ ਕੀ ਸਲਾਹ ਦੀ ਲੋੜ ਹੈ। ਕਿਸ ਤਰ੍ਹਾਂ? ਪੜੋ 2 ਕੁਰਿੰਥੀਓ 4 ਅਧਿਆਇ 1 ਤੋਂ 4। ਉਸ ਵਿੱਚ ਅਸੀਂ ਦੇਖਦੇ ਹਾਂ ਕਿ ਸ਼ੈਤਾਨ ਉਹਨਾਂ ਲੋਕਾਂ ਦਾ ਜਿਹੜੇ ਪ੍ਰਭੂ ਦੇ ਵਚਨ ਦੇ ਵਿੱਚ ਨਹੀਂ ਚੱਲਦੇ, ਉਹਨਾਂ ਦੇ ਅੱਖਾਂ ਦੇ ਅੱਗੇ ਕੀ ਪਾਉਂਦਾ ਹੈ? ਪਰਦਾ ਪਾਉਂਦਾ ਹੈ। ਇਸ ਲਈ ਉਹ ਖੁਦਾ ਦੀ ਸਲਾਹ ਨੂੰ ਮੰਨਣ ਦੇ ਲਈ ਤਿਆਰ ਨਹੀਂ ਹੁੰਦੇ। ਪੜੋ 2 ਕੁਰਿੰਥੀਓ 4 ਬਾਬ 1 ਤੋਂ 4 ਆਏ। ਉਪਰੰਤ ਜਦੋਂ ਅਸਾਂ ਇਹ ਸੇਵਕਾਈ ਪਾਈ ਹੈ ਤਾਂ ਜਿਵੇਂ ਸਾਡੇ ਉੱਤੇ ਦਇਆ ਹੋਈ, ਅਸੀਂ ਹੌਸਲਾ ਨਹੀਂ ਹਾਰਦੇ, ਸਗੋਂ ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਅਤੇ ਨਾ ਚਤਰਾਈ ਦੀ ਚਾਲ ਚੱਲਦੇ, ਨਾ ਪਰਮੇਸ਼ਰ ਦੇ ਵਚਨ ਵਿੱਚ ਰਲਾ ਪਾਉਂਦੇ ਹਾਂ, ਸਗੋਂ ਸੱਤ ਨੂੰ ਪ੍ਰਗਟ ਕਰਕੇ ਹਰੇਕ ਮਨੁੱਖ ਦੇ ਅੰਤਕਰਨ ਵਿੱਚ ਪਰਮੇਸ਼ਰ ਦੇ ਅੱਗੇ ਆਪਣਾ ਪ੍ਰਮਾਣ ਦਿੰਦੇ ਹਾਂ। ਹਾਂਜੀ। ਅਤੇ ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੋਇਆ, ਜੇ ਸਾਡੀ ਖੁਸ਼ਖਬਰੀ ਉੱਤੇ ਪਰਦਾ ਪਿਆ ਹੈ, ਤਾਂ ਉਹ ਉਹਨਾਂ ਅੱਗੇ ਕੱਜਿਆ ਹੋਇਆ ਹੈ, ਤਾਂ ਇਹ ਉਹਨਾਂ ਦੇ ਅੱਗੇ ਪਰਦਾ ਪਿਆ ਹੋਇਆ ਹੈ ਜਿਹੜੇ ਨਾਸ਼ ਹੋ ਰਹੇ ਹਨ। ਜਿਹੜੇ ਕੀ ਹੋ ਰਹੇ ਹਨ? ਨਾਸ਼ ਹੋ ਰਹੇ ਹਨ। ਜਿਹੜੇ ਨਾਸ਼ ਹੋ ਰਹੇ ਹਨ, ਉਹਨਾਂ ਦੇ ਅੱਗੇ ਇਹ ਪਰਦਾ ਪਿਆ ਹੋਇਆ ਅੱਗੇ, ਜਿਨ੍ਹਾਂ ਵਿੱਚ ਇਸ ਯੁੱਗ ਦੇ ਈਸ਼ਵਰ ਨੇ ਬੇਪ੍ਰਤੀਤਾਂ ਦੀਆਂ ਬੁੱਧਾਂ ਅੰਨੀਆਂ ਕਰ ਦਿੱਤੀਆਂ, ਮਤੇ ਮਸੀਹ ਜੋ ਪਰਮੇਸ਼ਰ ਦਾ ਸਰੂਪ ਹੈ, ਉਹਦੇ ਵਿੱਚ ਤੇਜ ਦੀ ਖੁਸ਼ਖਬਰੀ ਦਾ ਚਾਨਣ ਉਹਨਾਂ ਉੱਤੇ प्रकाश होवे। हालेलुया हालेलुया। इधर लिखा और उन अविश्वासियों के लिए जिनकी बुद्धि इस संसार के ईश्वर मतलब शैतान ने अंधी कर दी है, ताकि मसीह जो परमेश्वर का प्रतिरूप है उसके तेजों में सुसमाचार का प्रकाश उन पर ना चमके। शैतान अविश्वासियों दे बुद्ध दे उत्ते ਪਰਦਾ ਪਾਉਂਦਾ ਹੈ। ਕੀ ਪਾਉਂਦਾ ਹੈ? ਪਰਦਾ ਪਾਉਂਦਾ ਹੈ ਤਾਂ ਕਿ ਪਰਮੇਸ਼ਰ ਦੀ ਉਸ ਖੁਸ਼ਖਬਰੀ ਨੂੰ ਉਹ ਕਬੂਲ ਨਾ ਕਰ ਸਕੇ। ਇਹ ਸ਼ੈਤਾਨ ਦੀ ਬਹੁਤ ਵੱਡੀ ਯੋਜਨਾ ਹੈ। ਕਈ ਵਾਰੀ ਤੁਸੀਂ ਦੇਖਿਆ ਹੋਵੇਗਾ, ਅਨੇਕੋ ਵਾਰ ਖੁਦਾ ਦਾ ਕਲਾਮ ਸੁਣਦੇ ਹੋਏ ਵੀ ਅੱਖਾਂ ਦੇ ਅੱਗੇ ਪਰਦਾ ਹੈ, ਬੁੱਧ ਦੇ ਅੱਗੇ ਪਰਦਾ ਹੈ। ਵੇਖਦੇ ਹੋਏ ਵੀ ਉਹ ਦੇਖ ਨਹੀਂ ਪਾਉਂਦੇ, ਕਿਉਂਕਿ ਸ਼ੈਤਾਨ ਨੇ ਹੈਜ਼ ਬਲਾਈਂਡਡ ਦੋਜ਼ ਅਨਬਲੀਵਰਸ, ਉਹਨਾਂ ਦੇ ਅੱਖਾਂ ਦੇ ਅੱਗੇ ਕੀ ਪਾਇਆ? ਪਰਦਾ ਪਾਇਆ। ਉਹ ਪਰਮੇਸ਼ਰ ਦੀ ਸਲਾਹ ਨੂੰ ਕਬੂਲ ਨਹੀਂ ਕਰਦੇ। ਲੇਕਿਨ ਵਿਸ਼ਵਾਸੀਆਂ ਨੂੰ ਵੀ ਸ਼ੈਤਾਨ ਧੋਖੇ ਦੇ ਵਿੱਚ ਪਾਉਂਦਾ ਹੈ। ਕਿਸ ਤਰ੍ਹਾਂ? ਪੜੋ 2 ਕੁਰਿੰਥੀਓ 11 ਬਾਬ ਉਸ ਦੀ 1 ਤੋਂ 3 ਆਇਤ ਨੂੰ ਵੀ ਪੜੋ। 2 ਕੁਰਿੰਥੀਓ 11 ਬਾਬ 1 ਤੋਂ 3 आयत। यदि तुम मेरी थोड़ी सी मूर्खता सह लेते तो क्या ही भला होता। हाँ मेरी सह भी लो, क्योंकि मैं तुम्हारे विषय में ईश्वरीय धुन लगाए रहता हूँ, इसलिए कि मैंने एक ही पुरुष से तुम्हारी बात लगाई है कि तुम्हें पवित्र कुंवारी के समान मसीह को सौंप दूँ। परंतु मैं डरता हूँ कि जैसे सांप ने अपनी चतुराई से हवा को बहकाया, हाँ जी, वैसे ही तुम्हारे मन उस सिद्धाई और पवित्रता से जो मसीह के साथ होनी चाहिए कहीं भ्रष्ट ना किए जाएं। बस इत्थे के लिखा पौलुस रसूल विश्वासियों ਨੂੰ ਕਹਿ ਰਿਹਾ, ਜਿਸ ਤਰ੍ਹਾਂ ਸੱਪ ਨੇ ਸ਼ੈਤਾਨ ਨੇ ਹਵਾ ਨੂੰ ਬਹਿਕਾਇਆ, ਉਹ ਚਤੁਰਾਈ ਦੇ ਨਾਲ ਕਿਤੇ ਤੁਹਾਨੂੰ ਵੀ ਬਹਿਕਾ ਨਾ ਦੇਵੇ। ਇਸ ਲਈ ਲੋਕ ਪਰਮੇਸ਼ਰ ਦੀ ਸਲਾਹ ਨੂੰ ਕਬੂਲ ਨਹੀਂ ਕਰਦੇ, ਕਿਉਂਕਿ ਵਿਸ਼ਵਾਸੀ ਲੋਕ ਬਹਿਕਾਏ ਜਾ ਸਕਦੇ ਨੇ। ਵਿਸ਼ਵਾਸੀ ਲੋਕ ਸ਼ੈਤਾਨ ਦੀ ਚਾਲਾਂ ਦੇ ਵਿੱਚ ਆ ਕੇ ਪਰਮਾਏ ਜਾ ਸਕਦੇ ਨੇ। ਇਸ ਲਈ ਕਿ ਅਸੀਂ ਪਰਮਾਏ ਨਾ ਜਾ ਸਕੀਏ, ਸਾਡੇ ਅੱਖਾਂ ਦੇ ਅੱਗੇ ਪਰਦਾ ਨਾ ਪਵੇ, ਸਾਨੂੰ ਮੁਕਤੀਦਾਤਾ ਪਰਮੇਸ਼ਵਰ ਦੀ ਸਲਾਹ ਦੀ ਲੋੜ ਹੈ। ਹਾਲੇਲੂਇਆ ਹਾਲੇਲੂਇਆ। ਕਿ ਸ਼ੈਤਾਨ ਨੇ ਔਰ ਪਤਰਸ ਨੂੰ ਵੀ ਝਿੜਕਿਆ ਨਹੀਂ, ਪਤਰਸ ਨੂੰ ਵੀ ਗੁੰਮਰਾਹ ਨਹੀਂ ਕੀਤਾ। ਜਦ ਯਿਸੂ ਮਸੀਹ ਕਹਿ ਰਹੇ ਸੀ ਕਿ ਮੇਰਾ ਯਰੂਸ਼ਲਮ ਦੇ ਵਿੱਚ ਜਾਣਾ ਜ਼ਰੂਰੀ ਹੈ, ਦੁੱਖਾਂ ਨੂੰ ਚੱਲਣਾ ਜ਼ਰੂਰੀ ਹੈ, ਉਹ ਯਿਸੂ ਮਸੀਹ ਨੂੰ ਸਾਈਡ ਤੇ ਲੈ ਕੇ ਗਿਆ और कहता है कि हे प्रभु परमेश्वर तेरे नाल ऐसा कदे भी ना करे। तो यीशु मसीह ने उल्टा पतरस नु किया क्या? हे शैतान तू दूर हो जा, क्योंकि शैतान उसके मन नु पटका रहा सी। हालेलुया। बहुत बारी शैतान साडे मन नु की करदा है? पटकांदा है। बोलो, पटकांदा है। ओ खुदा दी सलाह नु कबूल करन तो इनकार करदा है, लेकिन परमेश्वर हमेशा अपने बच्चों ਨੂੰ अच्छी सलाह देने के लिए तैयार रहता है। हालेलुया। किस तरह? याकूब 1 ਦੀ 5 आयत पढ़ो, ਉਹਦੇ ਵਿੱਚ ਪਰਮੇਸ਼ਰ ਦਾ ਵਚਨ ਕੀ ਕਹਿੰਦਾ ਹੈ? ਜੇਮਸ 1 verse 5, याकूब ਦੀ ਪੱਤਰੀ ਪਹਿਲਾ ਬਾਬ ਔਰ ਉਸ ਦੀ 5 ਆਇਤ ਨੂੰ ਪੜ੍ਹੀਏ। ਪਰ ਜੇ ਤੁਹਾਡੇ ਵਿੱਚ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ, ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ बिना उलांबे दे देता है। बस हालेलुया। पर यदि तुम में से किसी को बुद्धि की घटी हो
तो परमेश्वर से मांगे जो बिना उलाहना दिए सबको उदारता से देता है। कोई भी ऐसा नहीं जो कहे कि मैनू पूरा ज्ञान है, या कोई ऐसा नहीं जो कहे कि मैं बड़ा बुद्धिमान हाँ, मैनू किसी बुद्ध दी, अकल दी, ज्ञान दी, समझ दी लोड़ नहीं। ऐसा कोई भी नहीं है। परमेश्वर का वचन कहता है जेकर किसी नू बुद्ध दी की होवे, ਲੋੜ काट होवे, बुद्ध दी ਕਾਟ ਹੋਵੇ ते किहदे कोलों मंगे? ਪਰਮੇਸ਼ਰ ਕੋਲੋਂ। परमेश्वर को मंगे जो बिना उलाहना दिए सबको उदारता से देता है। ਹਾਲੇਲੂਇਆ। अच्छा खूबसूरत गल ये है, ਇਹ ਜਿਹੜੀ बुद्ध और अकल ਦੇ ਬਾਰੇ ਜੋ ਲਿਖਿਆ, ਇਹ ਕਦੋਂ ਲਿਖਿਆ ਪਤਾ ਹੈ? ਇਹ ਕਿਹੜੇ ਵਿਸ਼ੇ ਤੇ ਲਿਖਿਆ? ਯਾਕੂਬ ਦੀ ਪੱਤਰੀ ਕਦੋਂ ਲਿਖੀ ਗਈ? ਯਾਕੂਬ ਦੀ ਪੱਤਰੀ ਉਹਨਾਂ ਦੇ ਲਈ ਲਿਖੀ ਗਈ ਜਦ ਬੰਦਾ ਦੁਖੀ ਹੁੰਦਾ ਹੈ, ਜਦ ਬੰਦਾ ਵੱਖ-ਵੱਖ ਪਰਤਾਵਿਆਂ ਦੇ ਵਿੱਚ ਪਿਆ, ਉਸ ਵੇਲੇ ਅਕਲ ਕੰਮ ਨਹੀਂ ਕਰਦਾ ਹੈ। ਜਦ ਬੰਦਾ ਮੁਸ਼ਕਿਲ ਦੇ ਵਿੱਚ ਪੈ ਜਾਵੇ, ਔਖਾ ਵੇਲਾ ਆ ਜਾਏ, ਬੰਦੇ ਦਾ ਬੁੱਧ ਬੰਦ ਅਸੀਂ ਇੱਕ ਆਮ ਪੰਜਾਬੀ 'ਚ ਬੁਝਾਰਤ ਬੋਲਦੇ ਆ, ਇਹਦੀ ਮੱਤ ਮਾਰੀ ਗਈ ਹੈ ਨਾ। ਅਸੀਂ ਕਹਿੰਦੇ ਇਹਦੀ ਮੱਤ ਮਾਰੀ ਗਈ। ਕੀ ਮਾਰੀ ਗਈ? ਅਸੀਂ ਇਹਦੀ ਮੱਤ ਮਾਰੀ ਗਈ। ਉਹ ਮੱਤ ਮਾਰਨ ਦਾ ਹੱਲ ਕੀ ਹੈ? ਵਚਨ ਕਹਿੰਦਾ ਜੇਕਰ ਕਿਸੇ ਨੂੰ ਬੁੱਧ ਦਾ ਘਾਟ ਹੋਵੇ, ਪਰਮੇਸ਼ਰ ਕੋਲੋਂ ਮੰਗੇ ਜਿਹੜਾ ਬਿਨਾਂ ਉਲਾਹਨਾ ਦੀਏ ਉਦਾਰਤਾ ਦੇ ਨਾਲ ਦਿੰਦਾ ਹੈ। ਕਿਉਂਕਿ ਜਦ ਔਖਾ ਵੇਲਾ ਹੁੰਦਾ ਤਦ ਬੁੱਧ ਹੀ ਕੰਮ ਨਹੀਂ ਕਰਦੀ ਹੈ ਜੀ। ਜ਼ੋਰ ਕੰਮ ਕਰੇਗਾ ਪਰ ਬੁੱਧ ਕੰਮ ਨਹੀਂ ਕਰੇਗੀ, ਸਮਝ ਕੰਮ ਨਹੀਂ ਕਰੇਗੀ, ਸਮਝ ਕੰਮ ਨਹੀਂ ਕਰਦੀ, ਬੁੱਧ ਕੰਮ ਨਹੀਂ ਕਰੇਗੀ, ਬੁੱਧ ਕੰਮ ਨਹੀਂ ਕਰਦੀ, ਸਮਝ ਕੰਮ ਨਹੀਂ ਕਰਦਾ। ਉਸ ਵੇਲੇ ਸਾਨੂੰ ਪਰਮੇਸ਼ਰ ਦੀ ਸਲਾਹ ਦੀ ਕੀ ਹੈ? ਲੋੜ ਹੈ। ਇੱਕ ਐਗਜ਼ਾਮਪਲ ਮੈਂ ਤੁਹਾਨੂੰ ਦਵਾਂਗਾ। ਅਸੀਂ ਵਚਨ ਤੋਂ ਅਸੀਂ ਸੁਣ ਰਹੇ ਸੀ ਕਿ ਪਰਮੇਸ਼ਰ ਕੋਲੋਂ ਮੰਗਾਂਗੇ ਤੇ ਖੁਦਾ ਆਪਣੀ ਸਲਾਹ ਨੂੰ ਜ਼ਰੂਰ ਦੇਵੇਗਾ, ਦਿੰਦਾ ਹੈ। ਲੇਕਿਨ ਖੁਦਾ ਕਿਸ ਤਰ੍ਹਾਂ ਸਲਾਹ ਦਿੰਦਾ ਹੈ? ਕਿ ਖੁਦਾ ਸਿੱਧਾ ਉੱਤੋਂ ਦੀ ਗੱਲ ਕਰੇਗਾ? ਪੁਰਾਣੇ ਨਿਯਮ ਦੇ ਵਿੱਚ ਖੁਦਾ ਸਿੱਧਾ ਵੀ ਆਪਣੇ ਲੋਕਾਂ ਦੇ ਨਾਲ ਗੱਲਾਂ ਕਰਦਾ ਹੈ, ਨਵੇਂ ਨਿਯਮ ਦੇ ਵਿੱਚ ਵੀ ਖੁਦਾ ਨੇ ਗੱਲਾਂ ਕੀਤੀਆਂ। ਜਿਸ ਨੂੰ ਫੜਨਾ ਸੀ ਖੁਦਾ ਨੇ ਸਿੱਧਾ ਫੜਿਆ ਵੀ ਹੈ। ਪੌਲੁਸ ਦੇ ਨਾਲ ਸਾਖਸ਼ਾਤ ਤੌਰ ਦੇ ਨਾਲ ਪਰਮੇਸ਼ਰ ਨੇ ਆਮੋ ਸਾਹਮਣੇ ਗੱਲਾਂ ਕੀਤੀਆਂ, ਗੱਲ ਵੀ ਕੀਤੀ। ਨਵੇਂ ਨਿਯਮ ਦੇ ਵਿੱਚ ਸਲਾਹ ਕਿਸ ਤਰ੍ਹਾਂ ਮਿਲਦੀ ਸੀ, ਪੁਰਾਣੇ ਨਿਯਮ ਦੇ ਵਿੱਚ ਕਿਸ ਤਰ੍ਹਾਂ ਮਿਲਦੀ ਸੀ। ਕੁਝ ਲੋਕਾਂ ਦਾ ਗੱਲ ਸਲਾਹ ਲੈਣ ਦਾ ਤਰੀਕਾ ਕੁਝ ਹੋਰ ਸੀ। ਜਿਨ੍ਹਾਂ ਨੇ ਸਲਾਹ ਸਹੀ ਤਰੀਕੇ ਦੇ ਨਾਲ ਲਿਆ ਔਰ ਉਹ ਤਰੱਕੀ ਪਾਏ। ਐਗਜ਼ਾਮਪਲ, ਕੋਈ ਐਸਾ ਨਹੀਂ ਜੋ ਦੁਵਿਧਾ ਦੇ ਵਿੱਚ ਨਾ ਪਿਆ ਹੋਵੇ। ਦਾਊਦ ਔਰ ਸ਼ਾਉਲ ਦੇ ਵਿੱਚ ਇਹ ਫਰਕ ਸੀ। ਦਾਊਦ ਵੀ ਬੜੀ ਦੁਵਿਧਾ ਦੇ ਵਿੱਚ ਪਿਆ, ਬੜੇ ਵੱਖ-ਵੱਖ ਸਮਿਆਂ ਦੇ ਵਿੱਚ ਔਖੇ ਵੇਲੇ 'ਚ ਆਇਆ। ਲੇਕਿਨ ਉਸੇ ਸਮੇਂ ਦੇ ਵਿੱਚ ਆ ਕੇ ਕਿਹਾ ਇਫੋਦ ਨੂੰ ਲਿਆਓ, ਜਾਂ ਪਰਮੇਸ਼ਰ ਦੀ ਮੈਂ ਸਲਾਹ ਲੈਣੇ ਖੁਦਾ ਦੇ ਨਬੀ ਕੋਲੋਂ ਪੁੱਛੀਏ, ਪਰਮੇਸ਼ਰ ਦੇ ਦਾਸ ਕੋਲੋਂ ਪੁੱਛੀਏ ਕਿ ਰੱਬਾ ਮੈਂ ਅੱਗੇ ਜੰਗ ਲੜਨ ਦੇ ਲਈ ਜਾਵਾਂ ਜਾਂ ਨਾ ਜਾਵਾਂ, ਮੈਨੂੰ ਜਿੱਤ ਮਿਲੇਗੀ ਜਾਂ ਨਹੀਂ ਮਿਲੇਗੀ, ਮੈਂ ਚੜਾਈ ਕਰਾਂ ਜਾਂ ਨਾ ਕਰਾਂ। ਉਸਨੇ ਕਦੀ ਵੀ ਕਿਸੇ ਵੀ ਸਮੇਂ ਦੇ ਵਿੱਚ ਜਦ ਉਸਨੇ ਪਰਮੇਸ਼ਰ ਦੀ ਸਲਾਹ ਦੇ ਅਨੁਸਾਰ ਚੱਲਿਆ, ਉਸਨੇ ਜਿੱਤ ਨੂੰ ਕੀ ਕੀਤਾ? ਹਾਸਲ। ਇੱਕ ਵਚਨ ਮੈਨੂੰ ਬੜਾ ਆਸ਼ੀਸ਼ ਦਿੰਦਾ ਹੈ। ਉਸ ਵਚਨ ਦੇ ਵਿੱਚ ਲਿਖਿਆ, ਪੜੋ ਯਸ਼ਾਇਆ 28 ਔਰ ਉਹਦੀ 16 ਆਇਤ, ਦ ਬੁੱਕ ਆਫ ਆਈਜ਼ੀਆ 28 verse 16। यशाया नबी दी किताब 28 बाब और 16 आयत पढ़ो। इसलिए प्रभु यहोवा यूं कहता है, देखो मैंने सिय्योन में नींव का एक पत्थर रखा है, एक परखा हुआ पत्थर, कोने का अनमोल और अति दृढ़ नींव के योग्य पत्थर, और जो कोई विश्वास रखे वह उतावली ना करेगा। बस लिखा जो कोई विश्वास करेगा, पंजाबी च लिखा वो काली ना करेगा। जो कोई विश्वास करता है वो काली नहीं करेगा। जो विश्वास करता है ओदे अंदर कालापन नहीं आएगा। लेकिन जो विश्वास नहीं करेगा वो कालापन लेके आएगा। एग्जाम्पल तुहानू मैं इसे वचन च सिखावांगा खुदा दी सलाह किस तरह लेना है। एक राजा सी, उसका नाम सी रहोबियाम। रहोबियाम के बारे इस प्रकार ਨਾਲ ਲਿਖਿਆ, ਪਹਿਲਾ ਰਾਜਾ 12 ਅਧਿਆਇ ਦੇ ਵਿੱਚ ਇੱਕ ਕਹਾਣੀ ਹੈ, ਬੜੀ ਖੂਬਸੂਰਤ ਕਹਾਣੀ ਹੈ। ਰहोबियाम ਰਾਜਾ ਬਣਿਆ। ਸੁਲੇਮਾਨ ਤੋਂ ਬਾਅਦ ਰहोबियाम ਜਦੋਂ ਰਾਜਾ ਬਣਿਆ, ਪਵਿੱਤਰ ਵਚਨ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ, ਜਦੋਂ ਰਾਜਾ ਬਣਿਆ ਕੁਝ ਲੋਕ ਉਸ ਦੇ ਕੋਲ ਆਏ, ਕੁਝ ਸਰਦਾਰ ਆਏ, ਪ੍ਰਧਾਨ ਆਏ। ਉਹਨਾਂ ਨੇ ਕਿਹਾ ਕਿ ਦੇਖੋ ਤੁਹਾਡੇ ਪਿਤਾ ਜੀ ਨੇ ਸਾਡੇ ਮੋਢਿਆਂ ਉੱਤੇ ਬੜਾ ਭਾਰ ਪਾਇਆ ਸੀ, ਥੋੜਾ ਜਿਹਾ ਹਲਕਾ ਕਰ ਦੇਣਾ, ਥੋੜਾ ਜਿਹਾ ਹਲਕਾ ਕਰੋ, ਇਹ ਬੋਝ ਬਹੁਤ ਜ਼ਿਆਦਾ ਸਾਡੇ ਉੱਤੇ, ਇਸ ਬੋਝ ਨੂੰ ਹਲਕਾ ਕਰੋ। ਉਸਨੇ ਕਿਹਾ ਐਸਾ ਕਰੋ, ਤੁਸੀਂ ਜਾਓ 3 ਦਿਨ ਬਾਅਦ ਆਣਾ। ਕਿੰਨੇ ਦਿਨ ਬਾਅਦ ਆਣਾ? ਕਿਹਾ ਤੁਸੀਂ ਜਾਓ 3 ਦਿਨ ਬਾਅਦ ਆਣਾ। ਉਸਨੇ ਬਜ਼ੁਰਗਾਂ ਕੋਲ ਸਲਾਹ ਲਈ। ਬਜ਼ੁਰਗ ਸਨ ਉੱਥੇ, ਸਿਆਣੇ ਸਨ। ਬਜ਼ੁਰਗਾਂ ਨੇ ਆਖਿਆ ਦੇਖ ਰहोबियाम, ਇਹ ਜਿਹੜੇ ਆਏ ਆ ਨਾ ਲੋਕ, ਇਹਨਾਂ ਦੇ ਨਾਲ ਨਰਮੀ ਵਰਤਣਾ,
ਜੇ ਇਹ ਤੁਸੀਂ ਨਰਮ ਰਹੋਗੇ ਇਹ ਤੇਰੇ ਨਾਲ ਹੀ ਰਹਿਣਗੇ, ਤੇਰੇ ਅਧੀਨ ਹੋ ਕੇ ਚੱਲਣਗੇ। ਕਹਿੰਦਾ ਠੀਕ ਹੈ ਜੀ। ਫਿਰ ਉਸਨੇ ਆਪਣੇ ਹਮ ਉਮਰ ਦੇ ਜਿਹੜੇ ਉਸ ਦੇ ਨਾਲ ਪਲੇ ਵਧੇ ਸਨ ਉਹਨਾਂ ਦੀ ਸਲਾਹ ਲਈ। ਉਹਨਾਂ ਨੇ ਆ ਕੇ ਕਿਹਾ, ਜੇਕਰ ਜਵਾਨ ਬੱਚਿਆਂ ਦੀ ਸਲਾਹ ਲਈ ਜਿਹੜੇ ਉਸ ਦੇ ਨਾਲ ਦੇ ਹਮ ਉਮਰ ਦੇ ਸਨ, ਉਹਨਾਂ ਨੇ ਕਿਹਾ ਉਹਨਾਂ ਨੂੰ ਇਸ ਤਰ੍ਹਾਂ ਕਹਿਣਾ ਕਿ ਜੇਕਰ ਮੇਰੇ ਪਿਤਾ ਨੇ ਤੁਹਾਡੀ ਸਖਤਾਈ ਕੀਤੀ ਮੈਂ ਉਹਦੇ ਨਾਲੋਂ ਵੀ ਵੱਧ ਕੇ ਕਰਾਂਗਾ। ਕਿਸ ਤਰ੍ਹਾਂ? ਕਹਿੰਦਾ ਕਿ ਮੇਰੀ ਜਿਹੜੀ ਚੀਚੀ ਹੈ ਉਹ ਪਿਤਾ ਦੇ ਪੱਟ ਦੇ ਸਮਾਨ ਲੱਕ ਨਾਲੋਂ ਕਮਰ ਨਾਲੋਂ ਵੀ ਕੀ ਹੈ, ਮੋਟੀ ਹੈ। ਜਦ ਉਸਨੇ ਦੋਵਾਂ ਸਲਾਹਾਂ ਨੂੰ ਸੁਣ ਲਿਆ, ਇੱਕ ਸਲਾਹ ਉਹ ਸੀ ਬਜ਼ੁਰਗਾਂ ਨੇ ਦਿੱਤੀ, ਚੰਗੀ ਸਲਾਹ। ਦੂਜੀ ਸਲਾਹ ਕਹਿੰਦਾ ਕਿ ਨਹੀਂ ਹੋਰ ਸਖਤ ਹੋ ਜਾਣਾ। ਜਦ ਦੋਵੇਂ ਸਲਾਹ ਨੂੰ ਉਸਨੇ ਸਾਹਮਣੇ ਲਿਆ, ਉਹਨੇ ਸਲਾਹ ਲਿਆ ਜਿਹੜੇ ਉਸ ਦੇ ਨਾਲ ਦੇ ਜਵਾਨ ਸਨ ਉਹਨਾਂ ਦੀ ਸਲਾਹ ਨੂੰ ਉਸਨੇ ਕਬੂਲ ਕੀਤਾ। ਜਦ ਉਹ ਆਏ ਉਹਨੇ ਕਿਹਾ, ਦੇਖੋ ਮੇਰੀ ਜਿਹੜੀ ਚੀਚੀ ਹੈ ਮੇਰੇ ਪਿਤਾ ਦੇ ਕਮਰ ਨਾਲੋਂ ਵੀ ਕੀ ਹੈ, ਮੋਟੀ ਹੈ। ਮਤਲਬ ਕਿ ਜੇ ਤੁਸੀਂ ਮੇਰਾ ਬਾਪ ਸਖਤ ਰਿਹਾ ਮੈਂ ਉਹਦੇ ਨਾਲੋਂ ਵੀ ਕੀ ਰਵਾਂਗਾ, ਸਖਤ ਰਵਾਂਗਾ। ਉਹ ਜਿਹੜੇ ਆਏ ਸਨ ਪ੍ਰਧਾਨ ਉਹਨਾਂ ਸਾਰਿਆਂ ਨੇ ਇਸ ਨੂੰ ਰੱਦ ਕਰ ਦਿੱਤਾ। ਸਲਾਹ ਪੁੱਠੀ ਹੋ ਗਈ। ਸਲਾਹ ਕੀ ਹੋ ਗਈ? ਸਲਾਹ ਪੁੱਠੀ ਹੋ ਗਈ। ਜੋ ਕੁਝ ਸੀ ਮੌਕਾ ਸੀ ਕਿ ਉਹ ਰਾਜਾ ਬਣ ਸਕਦਾ ਸੀ, ਉਹ ਮੌਕਾ ਸੀ ਕਿ ਉਹ ਸਾਂਭ ਸਕਦਾ ਸੀ, ਉਸਨੇ ਪੁੱਠੀ ਸਲਾਹ ਲੈ ਕੇ ਸਾਰਾ ਜ਼ਿੰਦਗੀ ਆਪਣਾ ਕੀ ਕਰ ਲਿਆ, ਪੁੱਠਾ ਕਰ ਲਿਆ। ਮੌਕਾ ਬਾਰ-ਬਾਰ ਨਹੀਂ ਮਿਲਦਾ। ਮੌਕਾ ਕਈ ਵਾਰੀ ਇੱਕ ਐਸੇ ਮੋੜ ਤੇ ਅਸੀਂ ਆਉਂਦੇ ਹਾਂ, ਕਿੱਧਰ ਨੂੰ ਮੈਂ ਜਾਵਾਂ, ਸੱਜੇ ਜਾਂ ਖੱਬੇ। ਲੇਕਿਨ ਉਸ ਵੇਲੇ ਅਸੀਂ ਸੋਚਣਾ ਪਰਮੇਸ਼ਰ ਦਾ ਵਚਨ ਦੀ ਤਕੜੀ ਜਿਸ ਦੇ ਅਨੁਸਾਰ ਮੈਂ ਤੋਲਿਆ ਜਾਵਾਂਗਾ ਉਹ ਮੈਨੂੰ ਕੀ ਸਿਖਾਉਂਦਾ ਹੈ। ਹਾਲੇਲੂਇਆ। ਪਵਿੱਤਰ ਵਚਨ ਦੇ ਵਿੱਚ ਕਿੰਨੇ ਲੋਕਾਂ ਨੂੰ ਕਿੰਨੀਆਂ ਸਲਾਹਾਂ ਦਿੱਤੀਆਂ। ਐਗਜ਼ਾਮਪਲ ਨਵੇਂ ਨਿਯਮ ਦੇ ਵਿੱਚ ਵੀ ਲੋਕ ਜਿਹੜੇ ਸਨ ਪਰਮੇਸ਼ਰ ਦੇ ਲੋਕਾਂ ਦੇ ਵਿਰੁੱਧ ਹੋ ਗਏ। ਜਦ ਲੋਕ ਖੁਦਾ ਦੇ ਲੋਕਾਂ ਦੇ ਵਿਰੁੱਧ ਹੋਏ, ਗਮਲੀਏਲ ਇੱਕ ਸਲਾਹਕਾਰ ਸੀ, ਉਹ ਕਹਿੰਦਾ ਮੇਰੀ ਗੱਲ ਸੁਣੋ, ਐਵੇਂ ਫਾਲਤੂ 'ਚ ਪੰਗਾ ਨਾ ਲਿਓ। ਜੇ ਇਹ ਖੁਦਾ ਦੇ ਵੱਲੋਂ ਇਹਨਾਂ ਨੂੰ ਕੋਈ ਵੀ ਰੋਕ ਨਹੀਂ ਸਕਦਾ, ਜੇ ਖੁਦਾ ਦੇ ਵੱਲੋਂ ਨਹੀਂ ਇਹਨਾਂ ਸਾਰਿਆਂ ਨੇ ਖਿਲਰ ਜਾਣਾ ਹੈ। ਉਸ ਦੀ ਇੱਕ ਸਲਾਹ ਨੇ ਉਹਨਾਂ ਸਾਰਿਆਂ ਦੇ ਮੂੰਹਾਂ ਨੂੰ ਕੀ ਕਰ ਦਿੱਤਾ, ਬੰਦ ਕਰ ਦਿੱਤਾ। ਹਾਲੇਲੂਇਆ। ਐਸਤਰ ਰਾਣੀ ਆਪਣੇ ਮਹਿਲ ਦੇ ਅੰਦਰ ਸੀ ਔਰ ਉਸਨੇ ਸੋਚਿਆ ਸੀ ਮੈਂ ਮਹਿਲ ਦੇ ਅੰਦਰ ਆ, ਮੈਂ ਸ਼ਾਂਤੀ ਦੇ ਨਾਲ ਰਵਾਂਗੀ। ਲੇਕਿਨ ਮੁਰਦਿਕਾਈ ਨੇ ਇੱਕ ਸਲਾਹ ਭੇਜੀ। ਉਸਨੇ ਕਿਹਾ ਐਸਤਰ ਰਾਣੀ ਇੱਕ ਬਵਾ ਸਾਡੇ ਉੱਤੇ ਹੈ, ਇੱਕ ਆਫਤ ਸਾਡੇ ਉੱਤੇ ਹੈ, ਲੇਕਿਨ ਰਾਣੀ ਇੱਕ ਗੱਲ ਯਾਦ ਰੱਖਣਾ, ਜੇ ਤੂੰ ਇਸ ਵੇਲੇ ਵੀ ਚੁੱਪ ਰਹੇ ਖੁਦਾ ਕਿਸੇ ਹੋਰ ਕੋਲੋਂ ਕੰਮ ਲੈ ਲੇਗਾ। ਲੇਕਿਨ ਇੱਕ ਗੱਲ ਜ਼ਰੂਰ ਹੈ, ਤੂੰ ਇਹ ਨਾ ਸੋਚੀ ਤੂੰ ਰਾਜ ਮਹਿਲ ਦੇ ਅੰਦਰ ਹੈ, ਤੂੰ ਸੇਫ ਹੈ, ਸੁਰੱਖਿਅਤ ਹੈ, ਐਸਾ ਨਹੀਂ ਹੋਏਗਾ। ਐਸਤਰ ਰਾਣੀ ਨੇ ਜਦ ਉਸ ਗੱਲ ਨੂੰ ਸੁਣਿਆ ਉਹਦੇ ਕੰਨ ਅਕਲ ਗਿਆਨ ਸਭ ਖੁੱਲ ਗਿਆ। ਉਸਨੇ ਕਿਹਾ ਰੋਜ਼ਾ ਰੱਖੋ, ਮੈਂ ਵੀ ਕੀ ਰੱਖਾਂਗੀ, ਰੋਜ਼ਾ ਰੱਖਾਂਗੀ। ਇੱਕ ਅੱਛੀ ਸਲਾਹ ਨੇ ਉਹਦੀ ਵੀ ਜਾਨ ਨੂੰ ਬਚਾਇਆ, ਉਹਦੇ ਲੋਕਾਂ ਦੀ ਵੀ ਜ਼ਿੰਦਗੀ ਨੂੰ ਕੀ ਕਰ ਲਿਆ। ਹਾਲੇਲੂਇਆ, ਹਾਲੇਲੂਇਆ। ਇੱਕ ਪੁੱਠੀ ਸਲਾਹ ਨੇ ਰਹੋਬਿਆਮ ਨੂੰ ਲਾ ਦਿੱਤਾ, ਲੇਕਿਨ ਇੱਕ ਅੱਛੀ ਸਲਾਹ ਨੇ ਐਸਤਰ ਰਾਣੀ ਮੁਰਦਿਕਾਈ ਸਾਰੇ ਪ੍ਰਜਾ ਨੂੰ ਬਚਾ ਲਿਆ। ਪ੍ਰੇਜ਼ ਦ ਲਾਰਡ। ਹਾਲੇਲੂਇਆ। ਪੁੱਠੀ ਸਲਾਹ ਦੇਣ ਵਾਲਿਆਂ ਤੋਂ ਪਰੇ ਰਹਿਣਾ, ਪੁੱਠੀ ਸਲਾਹ ਦੇਣ ਵਾਲਿਆਂ ਤੋਂ ਪਰੇ ਰਹਿਣਾ। ਜੋ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਨਹੀਂ ਹੈ ਉਹ ਸਲਾਹ ਤੋਂ ਕੀ ਰਹਿਣਾ। ਲੇਕਿਨ ਖੁਦਾ ਦਾ ਵਚਨ ਕੀ ਸਿਖਾਉਂਦਾ ਹੈ, ਜੋ ਵਿਸ਼ਵਾਸ ਕਰੇਗਾ ਉਹ ਕਾਲੀ ਨਹੀਂ ਕਰਦਾ, ਜੋ ਵਿਸ਼ਵਾਸ ਕਰੇਗਾ ਉਹ ਕਾਲੀ। ਕਈ ਵਾਰੀ ਸਾਡੇ ਦਿਲ ਦੇ ਅੰਦਰ ਆਉਂਦਾ ਬਸ ਹੁਣੇ ਹੀ ਹੋ ਜਾਏ, ਐਸਾ ਹੀ ਹੋ ਜਾਏ। ਪਰ ਜੋ ਵਿਸ਼ਵਾਸ ਕਰਦਾ ਹੈ ਉਸ ਨੂੰ ਪਤਾ ਕਿ ਇਹ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਹੈ, ਥੋੜਾ ਸਮੇਂ ਲੱਗੇ ਤੇ ਵੀ ਸਭ ਕੁਝ ਦੀ ਬੈਸਟ ਹੀ ਹੋਵੇਗਾ। ਹਾਲੇਲੂਇਆ, ਹਾਲੇਲੂਇਆ। ਪਰਮੇਸ਼ਰ ਦੀ ਸਲਾਹ ਰੋਮੀਆਂ 11:34 ਪੜੋ, ਉੱਚ ਲਿਖਿਆ ਕੌਣ ਉਸ ਦਾ ਸਲਾਹਕਾਰ ਹੋਏਗਾ। ਪੜੋ, ਇੱਕ ਜਣਾ ਖੋਲੋ ਰੋਮੀਆਂ 11:34 ਔਰ ਦੂਸਰਾ ਖੋਲਣਾ ਕਹੋ ਤਾਂ 2 ਬਾਬ 1 ਤੋਂ 5 ਆਇਤ ਨੂੰ ਵੀ ਪੜਨਾ। ਰੋਮੀਆਂ 11:34 ਆਇਤ ਨੂੰ ਪੜੋ। ਪ੍ਰਭੂ ਦੀ ਬੁੱਧੀ ਨੂੰ ਕਿਸ ਜਾਣਿਆ, ਹਾਂਜੀ ਹਾਂ ਕੌਣ ਉਸ ਦਾ ਸਲਾਹੀ ਬਣਿਆ। ਲਿਖਿਆ ਪਰਮੇਸ਼ਰ ਦੀ ਬੁੱਧ ਨੂੰ ਕਿਸ ਨੇ ਜਾਣਿਆ, ਕੌਣ ਉਸ ਦਾ ਸਲਾਹਕਾਰ ਹੋਏਗਾ। ਪੜੋ ਕਹੋ ਤਾਂ 2 ਬਾਬ 1 ਤੋਂ 5 ਆਇਤ ਨੂੰ ਵੀ पढ़ो। हे मेरे पुत्र, यदि तू मेरे वचन ग्रहण करे और मेरी आज्ञाओं को अपने हृदय में रख छोड़े और बुद्धि की बात ध्यान से सुने और समझ की बात मन लगा कर सोचे और प्रवीणता और समझ के लिए अति यत्न से पुकारे और उसको चांदी के समान ढूंढे
और गुप्त धन के समान उसकी खोज में लगा रहे, हाँ। तो तू यहोवा के भय को समझेगा, हाँ जी। और परमेश्वर का ज्ञान तुझे प्राप्त होगा। आमीन, हालेलुया। इस विच लिखा है, मेरे पुत्र, जेकर तू मेरे वचन ਨੂੰ ਕਬੂਲ ਕਰੇ, ਮੇਰੇ ਹੁਕਮਾਂ ਨੂੰ ਆਪਣੇ ਦਿਲ ਦੇ ਵਿੱਚ ਰੱਖ ਛੱਡੇ ਔਰ ਬੁੱਧ ਦੀ ਗੱਲਾਂ ਦੇ ਵੱਲ ਧਿਆਨ ਦੇ ਨਾਲ ਕੀ ਕਰਨਾ, ਸੁਣੇ, ਸਮਝ ਦੀ ਗੱਲ ਮਨ ਲਗਾ ਕੇ ਤੂੰ ਸੋਚੇਗਾ, ਤਾਂ ਪਰਮੇਸ਼ਰ ਦਾ ਵਚਨ 5ਵੀਂ ਆਇਤ ਵਿੱਚ ਲਿਖਿਆ, ਤੂੰ ਪਰਮੇਸ਼ਰ ਦੇ ਡਰ ਨੂੰ ਜ਼ਰੂਰ ਸਮਝੇਗਾ ਔਰ ਪਰਮੇਸ਼ਰ ਦਾ ਗਿਆਨ ਤੈਨੂੰ ਪ੍ਰਾਪਤ ਜ਼ਰੂਰ ਹੋਵੇਗਾ। ਹਾਲੇਲੂਇਆ। ਪਰਮੇਸ਼ਰ ਦੀ ਸਲਾਹ ਨਿਰਮਲ ਹੈ। ਇਸ ਜ਼ਮਾਨੇ ਦੇ ਦੌਰਾਨ, ਇਸ ਯੁੱਗ ਦੇ ਵਿੱਚ ਤੁਸੀਂ ਔਰ ਮੈਂ ਜਦੋਂ ਅਸੀਂ ਜੀ ਰਹੇ ਹਾਂ, ਸਲਾਹਕਾਰ ਬਹੁਤ ਨੇ। ਸਾਡੇ ਹਿੰਦੁਸਤਾਨ ਦੇ ਵਿੱਚ ਵੀ ਸਲਾਹਾਂ ਬੜੀਆਂ ਫ੍ਰੀ ਦੀਆਂ ਮਿਲਦੀਆਂ ਮਿਲ ਜਾਂਦੀਆਂ ਨੇ, ਭਾਵੇਂ ਕੰਮ ਆਂਦਾ ਜਾਂ ਨਹੀਂ ਆਂਦਾ, ਪਰ ਦੂਜੇ ਦੀ ਸਲਾਹ ਜ਼ਰੂਰ ਦੇਣ ਮਿਲੇਗਾ। ਲੇਕਿਨ ਮੈਂ ਤੁਹਾਨੂੰ ਇੱਕ ਗੱਲ ਕਹਾਂ, ਜੋ ਵਾੜੇ ਦੇ ਅੰਦਰ ਹੈ ਉਹ ਸੇਫ ਹੈ। ਜੋ ਵਾੜੇ ਦੇ ਅੰਦਰ ਹੈ, ਜੋ ਵਾੜੇ ਦੇ ਬਾਹਰ ਹੈ, ਕੋਈ ਸੇਫਟੀ ਨਹੀਂ ਹੈ। ਜੋ ਵਾੜੇ ਦੇ ਅੰਦਰ ਹੈ, ਜੋ ਪਰਮੇਸ਼ਰ ਦੇ ਵਚਨ ਦੇ ਅੰਦਰ ਹੈ, ਉਹ ਸੇਫ ਹੈ, ਉਹ ਬਚਿਆ ਹੈ। ਜੋ ਵਾੜੇ ਦੇ ਬਾਹਰ ਹੈ, ਉਹ ਕੋਈ ਵੀ ਸੇਫ ਨਹੀਂ ਹੈ। ਸਮਝ ਆ ਰਿਹਾ ਹੈ? ਜੋ ਪਰਮੇਸ਼ਰ ਦੇ ਵਚਨ ਦੇ ਅਨੁਸਾਰ ਜੀਵਨ ਨੂੰ ਗੁਜ਼ਾਰਨਾ ਚਾਹੁੰਦੇ ਹੋ, ਸਲਾਹ ਇਸ ਡਿਸਪਲਿਨ ਦੇ ਨਾਲ ਲੈਣਾ, ਆਪਣੇ ਵਚਨ ਨੂੰ, ਪਰਮੇਸ਼ਰ ਦੇ ਵਚਨ ਨੂੰ ਪੜ੍ਹਨਾ, ਅੱਛੀ ਸੰਗਤ ਦੀ ਸਲਾਹ ਨੂੰ ਕਬੂਲ ਕਰੋ, ਪਰਮੇਸ਼ਰ ਉਸ ਸਲਾਹ ਨੂੰ ਮੋਹਰ ਲਗਾਏਗਾ। ਹਾਲੇਲੂਇਆ। ਖੁਦਾ ਕਦੀ ਵੀ ਐਸਾ ਤੁਹਾਨੂੰ ਅਨਾਥ ਨਹੀਂ ਛੱਡੇਗਾ। ਪਰਮੇਸ਼ਰ ਕਿਸੇ ਨਾ ਕਿਸੇ ਰੀਤੀ ਨਾਲ ਤੁਹਾਡੇ ਨਾਲ ਕੀ ਕਰਦਾ, ਗੱਲਾਂ ਕਰਦਾ, ਹਾਲਾਤ ਵਿੱਚ ਹੋ ਕੇ ਵੀ ਖੁਦਾ ਸਾਡੇ ਨਾਲ ਕੀ ਕਰਦਾ ਹੈ, ਗੱਲਾਂ ਕਰ, ਬੋਲੋ, ਗੱਲਾਂ ਕਰਦਾ। ਹਾਲਾਤ ਵਿੱਚ ਹੋ ਕੇ ਵੀ ਖੁਦਾ ਸਾਨੂੰ ਸਲਾਹ ਦਿੰਦਾ ਹੈ। ਖੁਦਾ ਕਈ ਵਾਰੀ ਐਸੇ ਲੋਕਾਂ ਨੂੰ ਸਾਡੇ ਜ਼ਿੰਦਗੀ ਦੇ ਵਿੱਚ ਭੇਜਦਾ ਹੈ ਜੋ ਸਾਨੂੰ ਕੁਰਾਹੇ ਤੋਂ ਸਾਨੂੰ ਬਚਾ ਕੇ ਅੱਛੀ ਸਲਾਹ ਦਿੰਦੇ ਨੇ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਪਰ ਮੰਨਣਾ ਜਾਂ ਨਹੀਂ ਮੰਨਣਾ ਸਭ ਤੁਹਾਡੇ ਹੱਥ ਦੇ ਵਿੱਚ ਹੈ। ਪ੍ਰੇਜ਼ ਦ ਲਾਰਡ, ਹਾਲੇਲੂਇਆ। ਮੇਰੇ ਪਿਆਰੇ ਰੱਬ ਦੇ ਲੋਕੋ, ਤੁਹਾਡਾ ਸਲਾਹਕਾਰ ਕੌਣ ਹੈ? ਰਹੋਬਿਆਮ ਦੇ ਸਲਾਹਕਾਰ ਗਲਤ ਹੋਏ, ਲੇਕਿਨ ਉਸ ਕੋਲ ਮੌਕਾ ਸੀ ਕਿ ਅੱਛੇ ਸਲਾਹਕਾਰ ਵੀ ਉਹਦੇ ਸਾਹਮਣੇ ਆਏ। ਤੁਹਾਡੇ ਸਾਹਮਣੇ ਅੱਛੇ ਔਰ ਮਾੜੇ ਦੋਨੋਂ ਸਲਾਹਕਾਰ ਆਣਗੇ, ਹਰ ਪ੍ਰਕਾਰ ਦੇ ਸਲਾਹ ਦੇਣ ਦੇ ਲਈ ਆਣਗੇ, ਪਰ ਉਹੀ ਲੈਣਾ ਜਿਹੜਾ ਕਬੂਲ ਹੈ। ਜਿਹੜਾ ਕਬੂਲ ਨਹੀਂ ਹੈ ਉਸ ਨੂੰ ਸੁੱਟ ਦੇਣਾ। ਸਾਰੇ ਆਪਣੇ ਅੱਖਾਂ ਨੂੰ ਬੰਦ ਕਰੀਏ। ਹਾਲੇਲੂਇਆ। ਧੰਨਵਾਦ, ਧੰਨਵਾਦ। ਰਹੋਬਿਆਮ ਨੇ ਅੱਛੀ ਸਲਾਹ ਨੂੰ ਕਬੂਲ ਨਾ ਕੀਤਾ। ਉਸਨੇ ਸਮਾਂ ਪਾਇਆ, 3 ਦਿਨ ਦਾ ਸਮਾਂ ਲਿਆ। ਕਈ ਵਾਰ ਅਸੀਂ ਸੋਚਦੇ ਹਾਂ ਕਿ ਸਮਾਂ ਬੀਤੇਗਾ ਔਰ ਸਭ ਸਹੀ ਹੋ ਜਾਏਗਾ, ਪਰ ਜੇਕਰ ਅਸੀਂ ਅੱਛੀ ਸਲਾਹ ਦੇ ਉੱਤੇ ਨਹੀਂ ਚਲੇ ਤਾਂ ਅਸੀਂ ਗਿਰ ਜਾਵਾਂਗੇ। ਜ਼ਬੂਰ 1:1 ਦੇ ਵਿੱਚ ਲਿਖਿਆ, ਮੁਬਾਰਕ ਉਹ ਇਨਸਾਨ ਜਿਹੜਾ ਦੁਸ਼ਟਾਂ ਦੀ ਮੱਤ ਉੱਤੇ ਨਹੀਂ ਚੱਲਦਾ, ਨਾ ਪਾਪੀਆਂ ਦੇ ਰਾਹ ਤੇ ਖੜਾ ਰਹਿੰਦਾ ਹੈ, ਨਾ ਮਖੌਲੀਆਂ ਦੀ ਜੁੰਡੀ ਦੇ ਵਿੱਚ ਬੈਠਦਾ ਹੈ। ਦੁਸ਼ਟਾਂ ਦੀ ਮੱਤ ਦੁਸ਼ਟਤਾ ਦੀ ਹੀ ਰਹੇਗੀ। ਦੁਸ਼ਟਤਾ ਦੀ ਮੱਤ ਹਮੇਸ਼ਾ ਦੁਸ਼ਟਤਾ ਦੀ ਰਹੇਗੀ। ਉਹ ਤੁਹਾਨੂੰ ਅੱਛੀ ਸਲਾਹ ਨਹੀਂ ਦੇਣਗੇ। ਪਰਮੇਸ਼ਰ ਦਾ ਡਰ ਮੰਨਣ ਵਾਲੇ ਪਰਮੇਸ਼ਰ ਦੇ ਤਕੜੀ ਦੇ ਅਨੁਸਾਰ ਆਪਣੇ ਜੀਵਨ ਨੂੰ ਤੋਲਣਗੇ। ਉਹ ਸੋਚਣਗੇ, ਸਮਝਣਗੇ ਕਿ ਇਹ ਖੁਦਾ ਦੇ ਵਚਨ ਦੇ ਅਨੁਸਾਰ ਹੈ ਜਾਂ ਨਹੀਂ ਹੈ, ਕਿ ਜੋ ਸਲਾਹ ਮੈਨੂੰ ਮਿਲਦੀ ਪਈ ਹੈ ਪਰਮੇਸ਼ਰ ਮੇਰੇ ਨਾਲ ਗੱਲਾਂ ਕਰ ਰਿਹਾ ਜਾਂ ਨਹੀਂ ਕਰ ਰਿਹਾ, ਕਿ ਖੁਦਾ ਆਪਣੇ ਨਬੀਆਂ ਦੇ ਵਸੀਲੇ ਮੇਰੇ ਨਾਲ ਗੱਲਾਂ ਕਰ ਰਿਹਾ ਹੈ, ਕਿ ਪਰਮੇਸ਼ਰ ਦਾ ਵਚਨ ਮੈਨੂੰ ਇਹੀ ਸਿੱਖਿਆ ਦੇ ਰਿਹਾ ਹੈ, ਕਿ ਖੁਦਾ ਦੇ ਦਾਸਾਂ ਦੇ ਅਧੀਨ ਹੋ ਕੇ ਮੈਂ ਅੱਛੀ ਸਲਾਹ ਲੈ ਰਿਹਾ ਜਾਂ ਨਹੀਂ ਲੈ ਰਿਹਾ। ਮੇਰੇ ਪਿਆਰੇ ਰੱਬ ਦੇ ਲੋਕੋ, ਖੁਦਾ ਦਾ ਵਚਨ ਸਾਨੂੰ ਸਿਖਾਉਂਦਾ ਹੈ ਕਿ ਪਰਮੇਸ਼ਰ ਦਾ ਆਤਮਾ ਗੜਬੜੀ ਦਾ ਆਤਮਾ ਨਹੀਂ ਹੈ। ਉਹ ਅੱਛੀ ਸਲਾਹ ਸਾਨੂੰ ਦੇਵੇਗਾ। ਹਾਲੇਲੂਇਆ, 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 ਹਾਲੇਲੂਇਆ। ਧੰਨਵਾਦ ਯਿਸੂ ਰਾਜਾ, ਤਾਰੀਫ। ਪ੍ਰੇਜ਼ ਦ ਲਾਰਡ। हालेलुया। तेरा परमेश्वर का दोस्त है। मैं हूँ बेफल शजर की तरह, खाली खाली अबर की तरह। मैं हूँ बेफल शजर की तरह, खाली खाली अबर की तरह। मुश्किलें हैं